मोतिया किथे बैठा राधे फंग कदे तो तेरे फंग उड़न गई। असी बईरो भरावो मेरे पोते सरोते मैं ये सोनू कहती हुई अपना हक लैके जावांगे, असी आपके हक लैके जावांगे। तू सानू किन्ना ही कह दे कदे तो तेरे फंग उड़नगे किते गोडा धर के जावांगे। मैं इन्ना कहती हुई तू कहता होगा ये भुखे मर गए, असी 6 महीनों का राशन लेके आए। अमन सामने प्रोग्राम जगतार सिंह सिद्धू वालों दर्शकों का स्वागत है। अज आप इस प्रोग्राम विच जानते हैं कि किस तरीके दे नाल दिल्ली के बॉर्डर से किसानी संघर्ष चल रहा है। बेशक इस संघर्ष नूं भाजपा के आगुआं ते केंद्र की सरकार ने कदे खालिस्तानी, कदे नक्सलवाड़ी, कदे पाकिस्तानी, कदे चाइना के हमायती कह के भंडण की कोशिश की, पर यह सारा कूड़ प्रचार किस तरह ढह ढेरी हो गया। सच की है उस बॉर्डर के उत्ते किस तरह जो साहिबजादों के शहीदी दिहाड़े मनाए गए, सरबत के भले दियां अरदासां होईयां, उस किसानी के संघर्ष में किस तरीके दे नाल औरतां, बच्चे, हर वर्ग के लोग हो रहे शामिल ते एक आवाज बन रही है। किसानी के इस मोर्चे तो कूड़ के प्रचार के खिलाफ सच की आवाज तथ्य किवें सामने आउंदे है, इन्हां मामलों ते आपां करांगे चर्चा। जो आप दिल्ली के किसानी संघर्ष की गल करते हैं तो बहुत वड्डी गिनती च इस संघर्ष के औरतों की शमूलीयत है। दिल्ली का चाहे ਸਿੰਘੂ बार्डर हो, चाहे टिकरी बार्डर हो, जां दूजे बार्डर होण, औरतां बहुत वड्डी गिनती दे विच किसानां दे नाल जिहड़ा हैगा रल के अपने संघर्ष के लिए जूझ रही हैं कि तिन्ने खेती कानून रद्द किए जाण। इस तो हेठां कोई गल परवान नहीं हो सकती। आपां इस देश के अंदर चाहे गल कर लीए समाजिक लहरां दी, राजसी लहरां दी, धार्मिक लहरां दी, कदे भी इन्नी वड्डी गिनती च किसी भी लहर के अंदर औरतां ने हिस्सा नहीं लिया होगा। जिवें कहा कोई अथकथनी नहीं होएगी कि घट्टो घट आजाद भारत के अंदर औरत ने एक इतिहास सिरज दिता है कि किस ढंग नाल इस अंदोलन दे विच औरतां दी हिस्सेदारी है। उन्हां दे नाल जिथे जयकारे गूंज रहे हैं, बॉर्डरां ते भाषण हो रहे हैं, अपने वक्रो वक्रे कामां दे च लगियां होईयां, लंगरां दे च जिहड़ियां औरतां खाना बना रही हैं और की सोचदियां मोदी सरकार बारे। एक पासे रोटियां बनाउंदियां, दूजे पासे किवें वो मोदी सरकार बारे टिप्पणियां करदियां। आओ आपां काम कर रही कुछ औरतां दी गलबात जिहड़ी हैगी आ जान लैंदे हैं। ਜਿਹੜਾ ਇਹ ਕਿਸਾਨੀ ਸੰਘਰਸ਼ ਆ, ਜਿਹੜਾ ਇਹ ਅੰਦੋਲਨ ਆ, ਉਹਦਾ ਕਿਸਾਨਾਂ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਵੱਡੀ ਉਮਰ ਦੀਆਂ ਵੀ ਆ, ਜਿਹੜੀਆਂ ਛੋਟੇ ਛੋਟੇ ਬੱਚੇ ਵੀ ਆ ਰਹੇ ਆ। ਮੈਨੂੰ ਇਹ ਪਤਾ ਲੱਗਾ ਛੋਟੇ ਬੱਚੇ ਵੀ ਤੁਹਾਡੇ ਨਾਲ ਆਏ ਆ। ਤੁਹਾਨੂੰ ਇਹ ਸੰਘਰਸ਼ ਆ ਜਿਹੜਾ ਇਹ ਕਿਵੇਂ ਲੱਗਦਾ? ਜਿਹੜੇ ਪਹਿਲਾਂ ਤਾਂ ਸੰਘਰਸ਼ ਬਾਰੇ ਦੱਸੋ, ਫਿਰ ਮੈਂ ਅਗਲਾ ਇੱਥੇ ਹੈ ਜੀ ਜਿਹੜੀ ਸਰਕਾਰ ਹੈ ਉਹਦਾ ਗਲਤਫਹਿਮੀ ਦੂਰ ਕਰਨ ਆਏ ਆ। ਕਿਉਂਕਿ ਸਰਕਾਰ ਕਹਿੰਦੀ ਹੈ ਅੰਦੋਲਨ ਜਿਹੜਾ ਹੈਗਾ ਆ ਸਿਰਫ ਖਾਲਿਸਤਾਨੀਆਂ ਦਾ, ਕਿਸਾਨਾਂ ਦਾ ਜਾਂ ਅਨਪੜ੍ਹ ਲੋਕਾਂ ਦਾ। ਮੈਂ ਇੱਕ ਪ੍ਰਿੰਸੀਪਲ ਹਾਂ, ਮੈਂ ਆਪਣੇ ਪੂਰੇ ਸਟਾਫ ਨੂੰ ਲੈ ਕੇ ਇੱਥੇ ਆਈ ਹਾਂ। ਸਾਰੇ ਪੜ੍ਹੇ ਲਿਖੇ ਲੋਕ ਅਸੀਂ ਇੱਥੇ ਆਏ ਹਾਂ, ਬਟ ਇਹਦੇ ਵਿੱਚ ਆ ਨਹੀਂ ਹੈਗਾ। ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਮਾਰੂ ਕਾਨੂੰਨ ਉਹਨਾਂ ਨੇ ਬਣਾਏ ਨੇ ਉਹ ਸਿਰਫ ਕਿਸਾਨਾਂ ਦੇ ਲਈ ਨਹੀਂ ਹੈਗੇ। ਜਿਹੜੀ ਸਰਕਾਰ ਲੋਕਾਂ ਨੂੰ ਮਿਸਗਾਈਡ ਕਰਦੀ ਹੈ, ਇਹਦਾ ਹਰੇਕ ਦਬਕੇ ਦੇ ਉੱਪਰ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਕਰਕੇ ਅਸੀਂ ਪੂਰੇ ਐਜੂਕੇਟਿਡ ਲੋਕ ਵੀ ਇਹਦਾ ਵਿਰੋਧ ਕਰਨ ਦੇ ਲਈ ਆਪਣੀ ਮਰਜ਼ੀ ਦੇ ਨਾਲ, ਆਪਣੇ ਵੀਰਾਂ ਦੇ ਨਾਲ, ਆਪਣੀਆਂ ਭੈਣਾਂ ਤੇ ਮਾਵਾਂ ਦੇ ਨਾਲ ਉਹਨਾਂ ਸਾਥ ਦੇਣ ਦੇ ਲਈ ਇਸ ਬਾਰਡਰ ਦੇ ਉੱਤੇ ਆਏ ਹਾਂ ਜੀ। ਮੈਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਪਤਾ ਲੱਗਿਆ ਕਿ ਤੁਸੀਂ ਯੋਗ ਕਰਦੇ ਹੋ, ਜਿਹੜਾ
ਮਹਿਲ ਕਲਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਕਾਂਡ ਹੋਇਆ ਸੀਗਾ ਬੀਬੀ ਚਰਨਜੀਤ ਕੌਰ, ਉਹਦੇ ਵਿੱਚ ਤੁਹਾਡੇ ਪਾਪਾ ਸੋਹਰਾ ਲੋਕ ਆਗੂ ਜਿਹੜੇ ਉਹਨਾਂ ਨੂੰ ਸਜ਼ਾ ਹੋ ਗਈ ਸੀ ਪਿਛਲੇ ਸਾਲ। ਬਹੁਤ ਵੱਡਾ ਸੰਘਰਸ਼ ਜਿਹੜਾ ਸੀ ਲੜਿਆ, ਉਹਨਾਂ ਦੀ ਜਿਹੜੀ ਰਿਹਾਈ ਹੈ ਉਸੇ ਤਰ੍ਹਾਂ ਜਿਹੜਾ ਇਹ ਹੁਣ 1 ਮਹੀਨੇ ਤੋਂ ਉੱਪਰ ਹੋ ਗਿਆ ਇਸ ਮਤਲਬ ਘੋਲ ਨੂੰ, ਤੇ ਇਹਨੂੰ ਕਿਵੇਂ ਤੁਸੀਂ ਦੇਖਦੇ ਹੋ? ਕਿੰਨਾ ਸਮਾਂ ਹਜੇ ਜਿਹੜਾ ਹੈਗਾ ਉਹ ਕਿੰਨਾ ਕੁ ਜਿਹੜਾ ਹੈਗਾ ਸਰਕਾਰ ਦਾ ਹਜੇ ਤੱਕ ਜਿਹੜਾ ਤੇਰਾ ਮੁੱਦਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਆਉਣੇਗਾ? ਤੁਸੀਂ ਬਹੁਤ ਵਧੀਆ ਗੱਲ ਕੀਤੀ ਜੀ। ਪਿਛਲੇ ਸਾਲ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਕਿਰਨਜੀਤ ਸ਼ਹੀਦ ਬੀਬੀ ਕਿਰਨਜੀਤ ਕਤਲ ਕੇਸ ਦੇ ਵਿੱਚ ਜਿਹੜੇ ਇੱਕ ਪਾਪਾ ਦੇ ਉੱਤੇ ਝੂਠਾ ਕੇਸ ਪਾਇਆ ਸੀ ਸੁਪਰੀਮ ਕੋਰਟ ਦੇ ਵਿੱਚ, ਉਹ ਲੋਕਾਂ ਦੇ ਇਕੱਠ ਦੇ ਨਾਲ, ਕਹਿੰਦੇ ਆ ਲੋਕਾਂ ਦਾ ਇਕੱਠ ਲੋਹੇ ਦੀ ਲੱਠ ਸਿਰ ਵਿੱਚ ਜ਼ਾਲਮ ਦੇ, ਤਾਂ ਲੋਕਾਂ ਦੇ ਇਕੱਠ ਨੇ ਸੁਪਰੀਮ ਕੋਰਟ ਦੀ ਸਜ਼ਾ ਨੂੰ ਵੀ ਰੱਦ ਕਰਾਤਾ ਸੀ। ਮਤਲਬ ਉਸ ਸੰਘਰਸ਼ ਨੇ ਸਾਨੂੰ ਇੱਕ ਹੌਸਲਾ, ਲੋਕਾਂ ਦੇ ਅੰਦਰ ਬਹੁਤ ਜਜ਼ਬਾ ਭਰਿਆ ਹੈਗਾ ਕਿ ਸਰਕਾਰਾਂ ਜੋ ਮਰਜ਼ੀ ਕਰ ਲੈਣ, ਪਰ ਦੇਸ਼ ਦੇ ਵਿੱਚ ਡੈਮੋਕ੍ਰੇਸੀ ਕਿਤੇ ਨਾ ਕਿਤੇ ਹੈਗੀ ਹੈ। ਸਰਕਾਰਾਂ ਨੂੰ ਲੋਕਾਂ ਦੇ ਅੱਗੇ ਝੁਕਣਾ ਪਊਗਾ। ਜੇ ਅਸੀਂ ਸੁਪਰੀਮ ਕੋਰਟ ਦੀਆਂ ਸਜ਼ਾਵਾਂ ਨੂੰ ਰੱਦ ਕਰਾ ਸਕਦੇ ਹਾਂ ਤਾਂ ਕਾਨੂੰਨ ਤਾਂ ਬੜੇ ਮਾਮੂਲੀ ਨੇ ਜੀ, ਇਹ ਰੱਦ ਕਰਨੇ ਹੀ ਪੈਣੇ ਆ ਸਰਕਾਰ ਨੂੰ, ਨਾ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਇਹ ਥੋੜ੍ਹਾ ਜਿਹਾ ਮਤਲਬ ਲਮਕਾਇਆ ਸਰਕਾਰ ਨੇ, ਸਰਕਾਰਾਂ ਲਮਕਾਉਂਦੀਆਂ ਜਿਹੜੀਆਂ ਲੰਮੇ ਲੈ ਜਾਂਦੇ ਆ, ਉਹਨਾਂ ਨੂੰ ਐ ਹੁੰਦਾ ਵੀ ਲੋਕ ਜਿਹੜੇ ਹੁੰਦੇ ਉਹ ਥੱਕ ਜਾਣਗੇ, ਉਹ ਹੰਭ ਜਾਣਗੇ, ਉਹ ਆਰਥਿਕ ਤੌਰ ਤੇ ਡਾਊਨ ਹੋ ਜਾਣਗੇ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਲੋਕ ਥੱਕ ਹੰਭ ਵੀ ਜਾਂਦੇ ਜਾਂ ਆਰਥਿਕ ਤੌਰ ਤੇ ਜਿੰਨੀ ਵੱਡੀ ਸਹਾਇਤਾ ਪੂਰੇ ਹਰਿਆਣੇ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਜਾਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਆ ਰਹੀ ਆ, ਤੇ ਇਹ ਸਰਕਾਰ ਨੂੰ ਵਹਿਮ ਨਹੀਂ ਹੈਗਾ, ਸਰਕਾਰ ਦਾ ਭੁਲੇਖਾ ਨਹੀਂ ਹੈਗਾ? ਇਹ ਸਰਕਾਰ ਦਾ ਬਹੁਤ ਵੱਡਾ ਭੁਲੇਖਾ ਹੈ ਕਿ ਜੇ ਉਹ ਮਤਲਬ 32 ਦਿਨ ਹੋ ਗਏ ਇਸ ਦਿੱਲੀ 'ਚ ਬੈਠੇ ਹੋਏ ਨੂੰ, 2.5 ਤੋਂ ਉੱਪਰ ਮਹੀਨੇ ਹੋ ਗਏ ਪੰਜਾਬ ਦੇ ਵਿੱਚ ਲੋਕ ਜਿਹੜੇ ਹੈ ਸੰਘਰਸ਼ ਕਰ ਰਹੇ ਨੇ, ਸੜਕਾਂ ਦੇ ਉੱਤੇ, ਟੋਲ ਪਲਾਜ਼ਿਆਂ ਦੇ ਉੱਤੇ, ਰੇਲਵੇ ਸਟੇਸ਼ਨਾਂ 'ਤੇ ਬੈਠੇ ਨੇ। ਸਰਕਾਰ ਨੂੰ ਇਹ ਸਿਰਫ ਤੇ ਸਿਰਫ ਭੁਲੇਖਾ ਹੈ ਕਿ ਜੇ ਅਸੀਂ ਇਸ ਅੰਦੋਲਨ ਨੂੰ, ਇਸ ਕਾਨੂੰਨ ਨੂੰ ਥੋੜਾ ਹੋਰ ਲਮਕਾਉਂਦੇ ਹਾਂ, ਲੋਕਾਂ ਦੀ ਮੰਗਾਂ ਨੂੰ ਨਹੀਂ ਮੰਨਦੇ ਹੈਗੇ, ਤਾਂ ਲੋਕ ਹੱਕ ਹੰਭ ਕੇ ਘਰੇ ਵਾਪਸ ਚਲੇ ਜਾਣਗੇ। ਪਰ ਇਹ ਰਣ ਕਰਦੇ ਆ ਕਿ ਸਰਕਾਰ ਜਿੰਨਾ ਮਰਜ਼ੀ ਲਮਕਾ ਲੇ, ਨਾ ਅਸੀਂ ਥੱਕਾਂਗੇ, ਨਾ ਅਸੀਂ ਅੱਕਾਂਗੇ। ਅਸੀਂ ਇੰਨੇ ਹੀ ਜੋਸ਼ ਦੇ ਨਾਲ, ਪੂਰੇ ਨਾਲ ਇੱਥੇ ਪਹੁੰਚਾਂਗੇ, ਆਪਣੀਆਂ ਹਾਜ਼ਰੀਆਂ ਲਵਾਵਾਂਗੇ ਕਿ ਸਰਕਾਰ ਜਿਹੜੀ ਹੈਗੀ ਚਾਹੇ 6 ਮਹੀਨੇ ਨਾਲ ਵਾਪਸ ਕਰੇ, ਸਾਨੂੰ ਕੋਈ ਜ਼ਿਆਦਾ ਫਰਕ ਨਹੀਂ। ਇਸ ਮੋਰਚੇ ਨੂੰ ਆਪਾਂ ਜਿੱਤ ਕੇ ਜਾਣਾ, ਜਿੱਤ ਕੇ ਜਾਣਾ ਜੀ, ਜਿੱਤ ਕੇ ਜਾਣਾ ਜੀ। ਤਦ ਤੱਕ ਅਸੀਂ ਇੱਥੋਂ ਮੁੜਨਾ ਨਹੀਂ ਹੈਗਾ। ਜੇ ਸਰਕਾਰ ਨੂੰ ਕੋਈ ਗਲਤ ਫਹਿਮੀ ਹੈ ਤਾਂ ਕੱਢ ਦੇ। ਤੁਸੀਂ ਇੱਥੇ ਇਕੱਠ ਦੇਖ ਹੀ ਸਕਦੇ ਹੋ, ਸਿਰਫ ਵੀਰ ਨਹੀਂ ਹੈਗੇ, ਸਾਡੀਆਂ ਬਹੁ ਗਿਣਤੀ ਦੇ ਵਿੱਚ ਭੈਣਾਂ ਵੀ ਜਿਹੜੀਆਂ ਨੇ ਇਸ ਮੋਰਚੇ 'ਚ ਪਹੁੰਚੀਆਂ ਨੇ। ਹੁਣ ਸਰਕਾਰ ਦੀ ਜਿਹੜੀ ਗਲਤ ਫਹਿਮੀ ਹੈ, ਮੈਨੂੰ ਲੱਗਦਾ ਤਾਂ ਹੀ ਮੋਦੀ ਜੀ ਮਨ ਕੀ ਬਾਤ ਦੇ ਵਿੱਚ ਕਦੀ ਕਿਸਾਨਾਂ ਦੀ ਗੱਲ ਨਹੀਂ ਕਰਦੇ, ਤਾਂ ਹੀ ਆਪਾਂ ਮਨ ਕੀ ਬਾਤ ਦਾ ਵਿਰੋਧ ਵੀ ਕੀਤਾ। ਤੁਸੀਂ ਪ੍ਰਿੰਸੀਪਲ ਹੋ, ਪੜ੍ਹੇ ਲਿਖੇ ਹੋ, ਐਜੂਕੇਟਡ ਹੋ। ਅੱਜ ਇੱਕ ਬਹੁਤ ਮਾੜੀ ਘਟਨਾ ਵਾਪਰੀ ਆ। ਇੱਕ ਵਕੀਲ ਸੀਗਾ ਪੰਜਾਬ ਦਾ ਫਾਜ਼ਿਲਕੇ ਦਾ, ਅਮਰਜੀਤ ਸਿੰਘ ਰਾਏ, ਉਹ ਸਰਕਾਰ ਦੀਆਂ ਗਲਤ ਨੀਤੀਆਂ ਤੋਂ, ਅਦਾਲਤਾਂ ਤੋਂ ਅੱਕ ਕੇ ਅੱਜ ਉਹਨੇ ਸੁਸਾਈਡ ਕਰ ਲਈ। ਉਹਦੇ ਬਾਰੇ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਹੈਗੀ ਵਾਪਰੀ ਆ, ਉਹਨੂੰ ਕਿਵੇਂ ਲੈ ਰਹੇ ਆ? ਇਹ ਤਾਂ ਦੇਖੋ ਜਿਹੜੀ ਵੀਰ ਜੀ ਨੇ ਸੁਸਾਈਡ ਕੀਤੀ ਹੈ, ਪਹਿਲਾਂ ਤਾਂ ਅਸੀਂ ਕਹਾਂਗੇ ਕੋਈ ਵੀ ਜਿਹੜਾ ਵੀ ਆਪਣਾ ਵੀਰ ਜਾਂ ਭੈਣ ਹੈਗੇ ਆ, ਪਲੀਜ਼ ਇੱਦਾਂ ਦਾ ਕਦਮ ਨਾ ਚੱਕਿਆ ਕਰੋ। ਪਰ ਆਪਾਂ ਕਹਿਣਾ ਤੇ ਕਰਨ 'ਚ ਬਹੁਤ ਫਰਕ ਹੁੰਦਾ। ਸਰਕਾਰ ਦੀਆਂ ਨੀਤੀਆਂ ਹੀ ਇੰਨੀਆਂ ਕੁ ਜ਼ਿਆਦਾ ਉਹ ਲੋਕਾਂ ਨੂੰ ਮਜਬੂਰ ਕਰੀ ਜਾਂਦੀਆਂ ਕਿ ਮੈਨੂੰ ਲੱਗਦਾ ਲੋਕਾਂ ਨੂੰ ਕੋਈ ਰਾਹ ਨਹੀਂ ਦਿਖਦਾ। ਸਾਡਾ ਜਿਹੜਾ ਰਸਤਾ ਉਹ ਖੁਦਕਸ਼ੀਆਂ ਵਾਲਾ ਨਹੀਂ, ਉਹ ਖੁਦਕਸ਼ੀਆਂ ਵਾਲਾ ਨਹੀਂ, ਉਹ ਅਸੀਂ ਆਪਣੇ ਹੱਕ ਹੁਣ ਲੈਣੇ ਨਹੀਂ ਹੈਗੇ, ਆਪਾਂ ਆਪਣੇ ਹੱਕ ਖੋਣੇ ਹੈ। ਜੇ ਆਹ ਲੋਕਾਂ ਨੂੰ ਸਮਝ ਆ ਗਈ ਤੇ ਮੈਨੂੰ ਲੱਗਦਾ ਉਹ ਰਸਤਾ ਨਹੀਂ ਚੁਣਨਗੇ। ਈਵਨ ਜਿਹੜੇ ਕਿਸਾਨ ਵੀ ਨੇ, ਜਿਹੜੇ ਖੁਦਕੁਸ਼ੀ ਦਾ ਜਿਹੜਾ ਇਖਤਿਆਰ ਕਰਦੇ ਨੇ, ਆਪਣੀਆਂ ਸਰਕਾਰਾਂ ਤਾਂ ਚਾਹੁੰਦੀਆਂ ਹੀ ਇਹੀ ਨੇ ਜਿਹੜੇ ਗਰੀਬ ਲੋਕ ਨੇ ਖੁਦਕੁਸ਼ੀਆਂ ਦੇ ਰਾਹ ਤੇ ਜਾਣ, ਕੋਈ ਆਵਾਜ਼ ਚੁੱਕਣ ਵਾਲਾ ਹੋਵੇ ਨਾ। ਇਸ ਕਰਕੇ ਲੋਕਾਂ ਨੂੰ ਪੁਰਜ਼ੋਰ ਮੰਗ ਹੈ ਸਾਡੀ ਕਿ ਵੱਧ ਤੋਂ ਵੱਧ ਧਰਨਿਆਂ 'ਚ ਆਪਣੀ ਸ਼ਮੂਲੀਅਤ ਕਰਨ, ਤਾਂ ਕਿ ਉਹਨੂੰ ਪਤਾ ਲੱਗ ਸਕੇ, ਉਹਨਾਂ ਨੂੰ ਸਹੀ ਦਿਸ਼ਾ ਨਿਰਦੇਸ਼ ਮਿਲ ਸਕਣ, ਸਹੀ ਸੇਧ ਮਿਲ ਸਕੇ ਕਿ ਆਪਾਂ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ। ਸਾਡਾ ਰਸਤਾ ਖੁਦਕਸ਼ੀਆਂ ਨਹੀਂ, ਸਾਡਾ ਰਸਤਾ ਸੰਘਰਸ਼ ਦਾ ਰਸਤਾ ਜੀ, ਸੰਘਰਸ਼ ਜਿੰਦਾਬਾਦ। ਹਾਂਜੀ, ਸੰਘਰਸ਼ ਜਿੰਦਾਬਾਦ ਜੀ। ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਭਾਜਪਾ ਦੇ ਆਗੂਆਂ ਨੇ ਕਿਸਾਨੀ ਅੰਦੋਲਨ ਨੂੰ ਭੰਡਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਉਹਨਾਂ ਦੇ ਸਾਰੇ ਜਿਹੜੇ ਦੋਸ਼ ਹੈ, ਐਲੀਗੇਸ਼ਨ ਹੈ, ਉਹ ਬੇਕਾਰ ਸਾਬਤ ਹੋਏ ਹੈ। ਇੱਕ ਜਿਉਂਦੀ ਜਾਗਦੀ ਮਿਸਾਲ ਜਿਹੜੀ ਸਰਬੱਤ ਦੇ ਭਲੇ ਦੀ ਆਪਾਂ ਗੱਲ ਕਰਦੇ ਹਾਂ, ਤਾਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਹਾੜਿਆਂ ਦੇ ਮੌਕੇ ਤੇ ਕਿਸ ਤਰੀਕੇ ਨਾਲ ਦਿੱਲੀ ਦੇ ਬਾਰਡਰਾਂ ਦੇ ਉੱਤੇ ਅਰਦਾਸ ਹੋਈ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਏ ਗਏ। ਅਸਲ ਦੇ ਵਿੱਚ ਇਹ ਉਹ ਹਿੰਦੁਸਤਾਨ ਨਹੀਂ ਜਿਸ ਹਿੰਦੁਸਤਾਨ ਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾ ਆਪਣੀਆਂ ਖਾਸ ਰੰਗਦਾਰ ਐਨਕਾਂ ਦੇ ਨਾਲ ਵੇਖਦੇ ਹੈ। ਉਹਨਾਂ ਅਰਦਾਸਾਂ ਦੇ ਵਿੱਚ ਹਰ ਵਰਗ ਦੇ ਲੋਕ, ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਕਿਸੇ ਹੋਰ ਤਬਕੇ ਨਾਲ ਸੰਬੰਧਿਤ ਹੈ, ਸਭ ਨੇ ਸੱਚੇ ਮਨ ਦੇ ਨਾਲ ਇੱਕ ਅਰਦਾਸ ਅਰਜ਼ੋਈ ਕੀਤੀ
ਕਿ ਸੱਚੇ ਪਾਤਸ਼ਾਹ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਤੇ ਉਹਨਾਂ ਨੇ ਆਪਣੇ ਆਪ ਨੂੰ ਨਤਮਸਤਕ ਕੀਤਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਅੱਗੇ। ਆਓ ਇੱਕ ਅਰਦਾਸ ਦੀ ਝਲਕ ਜਾਣਦੇ ਹਾਂ ਕਿ ਕਿਸ ਤਰ੍ਹਾਂ ਗੂੰਜ ਬਣੀ ਦਿੱਲੀ ਦੇ ਬਾਰਡਰ ਤੇ ਅਰਦਾਸ ਦੀ ਆਵਾਜ਼। ਸਭ ਸਿੱਖਾਂ ਕੋ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਖੜਕ ਗੁਰਾਂ ਕੀ ਦੇ, ਜੋ ਪ੍ਰਭੂ ਗੋਬਿੰਦ ਬੋਝ ਹੈ ਖੋਜ ਸ਼ਬਦ में रहे, राज करेगा खालसा आदि रहेगा कोई, वार हुए सब मिलेंगे बचे समझो वाहिगुरु राम जहाज चले जो सरकार शहीदी दिहाड़े ਨੂੰ वाहिगुरु राम जहाज ਪਾਠ ਹੋਏ ਨੇ। चले सुतरे पार जो सरकार से गुरुवार जो बोले सो ਕਮਾਲ ਦੀ ਗੱਲ ਤਾਂ ਇਹ ਹੈ ਕਿ ਚਾਹੇ ਸਾਡੇ ਰਾਜਸੀ ਵਿਸ਼ਲੇਸ਼ਕ ਹੋਣ, ਚਾਹੇ ਕੋਈ ਧਾਰਮਿਕ ਨੇਤਾ ਹੋਣ, ਜਾਂ ਇਸੇ ਤਰੀਕੇ ਨਾਲ ਇਸ ਅੰਦੋਲਨ ਦਾ ਜਿਹੜਾ ਵਿਰੋਧ ਕਰ ਰਹੇ ਲੋਕ ਹੈ, ਮਾਹਰ ਹੈ, ਉਹ ਹੋਣ, ਉਹਨਾਂ ਨੂੰ ਇਹ ਸਮਝ ਹੀ ਨਹੀਂ ਪੈ ਰਹੀ ਕਿ ਇਸ ਅੰਦੋਲਨ ਦਾ ਕਿੱਡਾ ਵੱਡਾ ਪ੍ਰਭਾਵ ਹੈ। ਕੇਵਲ ਇਹ ਨਹੀਂ ਕਿ ਕਿਸਾਨੀ ਅੰਦੋਲਨ ਦੇ ਲਈ ਲੜਿਆ ਜਾ ਰਿਹਾ ਹੈ। ਜਦੋਂ ਪੰਜਾਬ ਦਾ ਕਿਸਾਨ ਉੱਠ ਕੇ ਦਿੱਲੀ ਦੇ ਬਾਰਡਰ ਤੇ ਗਿਆ ਤਾਂ ਸਮਾਜਿਕ ਤੌਰ ਤੇ ਵੀ ਉਹਨੇ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਹੈ। ਹਰਿਆਣਾ ਦੀਆਂ 2 ਲੜਕੀਆਂ ਇਸ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਕਿਵੇਂ ਆਪਣੀ ਗੱਲਬਾਤ ਦੇ ਵਿੱਚ ਇਸ ਸੰਘਰਸ਼ ਦੇ ਪ੍ਰਤੀ ਸਤਿਕਾਰ ਪੇਸ਼ ਕਰਦੀਆਂ, ਇੱਕ ਆਦਰ ਪੇਸ਼ ਕਰਦੀਆਂ। ਆਓ ਆਪਾਂ ਜਾਣਦੇ ਹਾਂ ਕਿ ਬੀਬੀਆਂ ਕੀ ਕਹਿੰਦੀਆਂ ਇਸ ਸੰਘਰਸ਼ ਦੇ ਬਾਰੇ, ਕੀ ਸਿੱਖਿਆ ਉਹਨਾਂ ਨੇ ਇਸ ਕਿਸਾਨੀ ਸੰਘਰਸ਼ ਤੋਂ। बात ये है अंकल जी, जैसे हम किसान, मैं खुद किसान की बेटी हूँ, ठीक है, मेरे पापा आज भी किसान हैं, और जैसे यहाँ हम पहुँचे हैं, कृषि कानून जो 3 काले कानून मोदी सरकार लेके आई है, सब हमें यूनिट में डिवाइड किया, धर्म के नाम पे, जात के नाम पे, हमारे वोट लिए उन्होंने पहले, हमारे बीच में आकर उन्होंने अपनी हवा बनाई, और आज इतनी वो है कि हम तालियां बजा के उनकी और उसी के विरोध में हम यहाँ पे आए हैं। और एक बात पक्की है अंकल जी, जीत अपनी ही होगी, और हमारी जीत है, उसी के साथ हम लोग खुश हैं। आपके बेटों से साथ आई हाँ जी, मेरे हस्बैंड भी हैं, ये मेरी बहन है, मेरे भाई हैं, आप क्या कहना चाहोगे? अभी जेकर नहीं लेते बोले आंदोलन 1 महीने से ऊपर हो गया, चले गए लोग, ये लगातार चलेगा आपका साथ आगे ही चलेगा? हाँ जी, बिल्कुल चलेगा, क्योंकि जो चीज़ लंबी चलती है, अब देखो लड़ाई जो किसी अच्छाई की और बुराई के बीच की लड़ाई होती है वो लंबी चलती है, और बाद में जो जीत होती है वो अच्छाई की होती है, बुराई को हारना ही पड़ता है, और मोदी इस चीज़ में बुरे हैं और उनको हारना ही पड़ेगा। आज जो सिख धर्म के श्री गुरु गोबिंद सिंह बेटों का, छोटे साहिबजादों का शहीदी दिहाड़ा है, वो आपने देखा है, उनके बारे में कुछ देखो जी, मैं देखो ये चीज़ है कि इन चीज़ों को पहले मैं नहीं मानती थी कि भाई देखो मैं पहले बात है कि परमात्मा ने हमें बनाया, हमारे खून बनाने का एक है। हाँ जी, तो मतलब मैं अभी ये सोच रही हूँ कि आप भाइयों का इतना साहस देख के उन्होंने इतनी पहल की है कि अन्य स्टेटों से भी बाद में आए उनसे, उन्होंने इतनी अच्छी पहल की है कि तो मेरा मैं सिख बनना चाहती हूँ, और पंजाबी तो मैंने इतनी पसंद है, मैं बहुत गाने सुनती हूँ, बहुत पसंद करती हूँ, लेकिन ये मैं फ्लुएंटली नहीं बोल पाती हम, क्योंकि हरियाणा से रिलेटेड है। तो हमारा खुद का ये है, मेरा पूरा परिवार कह रहा है कि इस किसान आंदोलन के बाद इतना वो आया है कि इतना कि हम खुद से सिख बन जाना चाहते हैं। कोई पंजाबी मुलाकात हुई? पंजाबी
पंजाब से जो अभी नहीं, जो इधर हुई है, लेकिन जो मेरी बुआ है, मेरे पति की बुआ है, वो पंजाब में ही शादी रखी वो हुई तो ठीक है। हाँ जी। कोई जो पंजाब की बहुत सारी पहनाइयाँ आप जैसे बच्चे भी रहे हाँ, बुजुर्ग माताओं से उनसे मिले किसी थे। से बातचीत हुई, हाँ जी, हाँ जी, जान पहचान की। हाँ जी, बिल्कुल। जब पंजाब में आएंगे आपको मिल के जाएंगे। बिल्कुल, कल हम सिंगू बॉर्डर पे थे, तो सिंगू बॉर्डर से हम बस में आए थे, उसमें सिर्फ मैं ही एक लड़की थी, बाकी सब जेंट्स थे। तो सब बैठे हुए थे, सिख भाई ज़्यादा थे और हम हरियाणा से 4 तो सबने गाने भी गाए, बीच में बैठे भी आपस में फ़ोन नंबर भी दिए और आपस में अपनी संस्कृति, हरियाणा की संस्कृति क्या है और पंजाब की संस्कृति क्या है, उनका तालमेल बनाया और बोला कि जब हम जीत के जाएंगे तो आप हरियाणा से आओगे तो आपको पक्का बुलाएंगे और हम जब पंजाब जाएंगे तो आपके पास पक्का आएंगे। क्या मैसेज देना चाहते हो? यूथ को यही मैसेज है कि हमारी युवा शक्ति जो है, सबसे बड़ी शक्ति समाज की शक्ति है, वो युवा शक्ति है। अगर युवा शक्ति जीत सकती है तो देखो युवा की जो जीत डिपेंड करती है हमारे बुजुर्गों पर, क्योंकि बुजुर्गों के पास हमारे जो बुजुर्ग हैं वो अपना अनुभव लिए बैठे हैं, उन्होंने सब कुछ अनुभव किया है, सब कुछ देखा है। उनके अनुभव और युवा की शक्ति को जोड़ के हम इनकी दोनों काले जो कानून है इनको वापस देके जो पॉलिटिकल लोग हैं वो हमारे से वोट छीन कर वो तो वो जो पंजाब के हरियाणा के नौजवान हैं उनको नशेड़ी करते हैं, नशे करते हैं, दूसरा सामान चक लो बोतल ये खेतों में भी काम करते हैं। वो उनका कहना जब 26 तरीक को पंजाब का किसान, पंजाब का नौजवान, इधर हरियाणा के नौजवान जिन्हें उन्होंने बड़े बड़े नाके लगाए हुए थी, तारा लगाई हुई थी और बड़े बड़े पत्थर लगाए हुए थे, उनको भगा कर मारा। ये भी उन्होंने कहा था कि पंजाब के हरियाणा के नौजवान नशेड़ी आ, उनके मुँह पर स्टेट की ये बात ठीक है। हाँ जी, बिल्कुल। ये चीज़ देखो हमारे पंजाब के हरियाणा के जो बच्चे नशेड़ी हैं, लेकिन जितना साहस हमारे पंजाब से शुरू हुई है। मैं ये चीज़ करी, देखो लड़ाई में पंजाब से शुरू किया, धरने पे बैठे थे 26 तारीख को आए सारे, तो जैसे बैरिकेड लगाए थे उधर पंजाब से कपनौरी बॉर्डर का दत्तावाड़ा के पास लगाए थे, उधर से उन्हें पास में ही गाँव है, जब वो लगाए तो उनके साथ कर रहे थे, खास कर रहे थे कि उनको वापस जाने नहीं देंगे। आप कह रहे थे पूरा अपने गाँव उठ के आए थे कि नहीं रुकने नहीं देंगे, ये हमारे भाई हैं। मोदी जी ने ही हमें मतलब आपस में धर्म के नाम पे लड़ा के हमें अलग किया है। हमें वहाँ से स्टेटमेंट हुई थी और सबने वहाँ से एकजुट होकर सारे सिख भाइयों के साथ में पंजाब मिल गया और अब तो हमारा राजस्थान, यूपी, केरला सब उठ के आ गए हैं, तो मोदी जी को होना ही पड़ेगा और समय अपन बहन भाई बन गए पंजाब के एक ही हो जाए। ਕਈ ਵਾਰ ਵਿਰੋਧੀਆਂ ਵੱਲੋਂ ਇਸ ਸੰਘਰਸ਼ ਨੂੰ ਬਹੁਤ ਹੀ ਨੈਗੇਟਿਵ ਤਰੀਕੇ ਨਾਲ, ਨਾ ਪੱਖੀ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ, ਬਹੁਤ ਕੁਝ ਕਿਹਾ ਜਾਂਦਾ ਹੈ, ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਇਸ ਸੰਘਰਸ਼ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਕੇਵਲ ਜਿਹੜੀਆਂ ਬੀਬੀਆਂ ਹੀ ਨਹੀਂ, ਨੌਜਵਾਨ ਹੀ ਨਹੀਂ ਜਾਂ ਕਿਸਾਨ ਹੀ ਨਹੀਂ ਸ਼ਾਮਲ ਹੋਏ, ਬਜ਼ੁਰਗ ਔਰਤਾਂ, ਬਜ਼ੁਰਗ ਮਰਦ ਕਿਸ ਤਰੀਕੇ ਨਾਲ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਹੈ, ਇਹ ਵੀ ਆਪਣੇ ਆਪ 'ਚ ਇੱਕ ਮਿਸਾਲ ਹੈ। ਖਾਸ ਤੌਰ ਤੇ ਜਦੋਂ ਕੋਈ ਧਿਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਅੰਦੋਲਨ ਜਿਹੜਾ ਹੈਗਾ ਕਿਸੇ ਰਾਜਸੀ ਧਿਰ ਵੱਲੋਂ ਪ੍ਰਭਾਵਿਤ ਹੈ, ਗੁੰਮਰਾਹ ਹੋਇਆ ਵਾ ਅੰਦੋਲਨ ਹੈ, ਜਦੋਂ ਅੰਦੋਲਨ ਦੇ ਵਿੱਚ ਜਾ ਕੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਲੋਕਾਂ ਦੇ ਨਾਲ, ਤਾਂ ਉਹ ਸਾਰਾ ਜਿਹੜਾ ਭਰਮ ਭੁਲੇਖਾ ਹੈ ਦੂਰ ਹੋ ਜਾਂਦਾ ਹੈ। ਆਪਾਂ ਇੱਕ ਬਜ਼ੁਰਗ ਮਾਤਾ ਬਾਰੇ ਗੱਲ ਕਰਦੇ ਹਾਂ ਜਿਸ ਦੀ ਉਮਰ 90 ਸਾਲ ਦੀ ਹੈ। 90 ਸਾਲ ਦੀ ਉਮਰ ਦੇ ਵਿੱਚ ਕਿਵੇਂ ਉਹ ਖੂੰਡੀ ਚੁੱਕ ਕੇ ਇਸ ਸੰਘਰਸ਼ ਦੇ ਲਈ ਆਵਾਜ਼ ਬੰਦ ਕਰ ਰਹੀ ਹੈ। ਕੇਵਲ ਆਵਾਜ਼ ਹੀ ਬੁਲੰਦ ਨਹੀਂ ਕਰ ਰਹੀ, ਸਗੋਂ ਮੋਦੀ ਨੂੰ ਇਸ ਗੱਲ ਦੇ ਲਈ ਮਿਹਣਾ ਮਾਰ ਰਹੀ ਹੈ ਕਿ ਕਿੰਨੀ ਦੇਰ ਤੱਕ ਸਾਡਾ ਇਹ ਸੰਘਰਸ਼ ਜਿਹੜਾ ਹੈਗਾ ਤੂੰ ਲਟਕਾਈ ਰੱਖੇਗਾ, ਆਖਰ ਅਸੀਂ ਜਿੱਤ ਕੇ ਘਰਾਂ ਨੂੰ ਮੁੜਾਂਗੇ। ਇਸ ਤੋਂ ਵੀ ਵੱਡੀ ਗੱਲ, ਬਜ਼ੁਰਗਾਂ ਵੱਲੋਂ ਆਪਣੇ ਨੌਜਵਾਨ ਬੱਚਿਆਂ ਨੂੰ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਅਸੀਂ ਇਹ ਸੁਨੇਹਾ ਦਿੰਦੇ ਹਾਂ ਕਿ ਇਸ ਸੰਘਰਸ਼ ਦਾ ਤੁਸੀਂ ਜ਼ੋਰਦਾਰ ਹਿੱਸਾ ਬਣੋ, ਆਵਾਜ਼ ਬਣੋ, ਆਪਾਂ ਸਾਰੇ ਰਲ ਕੇ ਸੰਘਰਸ਼ ਨੂੰ ਨੇਪਰੇ ਚਾੜੀਏ ਤੇ ਜਿੱਤ ਕੇ ਵਾਪਸ ਜਾਈਏ ਘਰਾਂ ਨੂੰ। ਬਜ਼ੁਰਗ ਮਾਤਾ 90 ਸਾਲ ਦੇ ਜਿਹੜੇ ਕਿਸ ਤਰੀਕੇ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਆ, ਆਓ ਆਪਾਂ ਇਸ ਮਾਤਾ ਦੀ ਆਵਾਜ਼ ਸੁਣੀਏ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਦੇ ਹੱਕ ਲੈ ਕੇ ਜਾਵਾਂਗੇ, ਤੂੰ ਸਾਨੂੰ ਕਿੰਨਾ ਹੀ ਕਹਦੇ, ਕਦੇ ਤਾਂ ਤੇਰੇ ਫੰਗ ਉੱਡਣਗੇ, ਇੱਕ ਤੇ ਗੋਡਾ ਧਰ ਕੇ ਜਾਵਾਂਗੇ। ਮੈਂ ਇੰਨਾ ਕਹਿੰਦੀ ਹੋਈ, ਤੂੰ ਕਹਿੰਦਾ ਹੋਵੇਗਾ ਇਹ ਭੁੱਖੇ ਮਰਨਗੇ, ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ।
ਸਾਡੇ ਕੋਲੇ ਸਾਰਾ ਕੁਛ ਹੈ। ਬਾਲਣ ਤੋਂ ਲਾ, ਲੱਕੜਾਂ ਤੋਂ ਲਾ, ਸੇਕਣ ਦਾ ਅਸੀਂ ਤਾਂ ਇੱਥੇ ਰਸੋਈਆਂ ਪਾਉਣੀਆਂ ਨੇ। ਤੂੰ ਕਹਿੰਦਾ ਕੀ ਹੈ? ਸਾਨੂੰ ਜਵਾਬ ਦੇ। ਜਿੱਥੋਂ ਸਾਨੂੰ ਦਿਨਾਂ ਨਹੀਂ ਪੋ ਮਾਰ ਦੇ ਮਹੀਨੇ ਮਰ ਜਾਣਗੇ। ਸਾਡਾ ਕੰਮ ਕੀ ਦਾ ਅਸੀਂ ਉਹਦੇ ਪੋਤਿਆਂ ਗੁਰੂਆਂ ਦੇ ਪੋਤੇ ਪੜੋਤੇ ਹਾਂ, ਅਸੀਂ ਉਹਨਾਂ ਗੁਰੂਆਂ ਦੇ। ਜੇ ਤੂੰ ਕਹਿੰਦਾ ਹੋਵੇਗਾ ਭੁੱਖੇ ਮਰ ਜਾਣਗੇ। ਮੋਤੀਆ ਕਿੱਥੇ ਬੈਠਾ ਹੈ? ਰਾਦੇ ਫੰਗ ਕਦੇ ਤਾਂ ਤੇਰੇ ਫੰਗ ਉੱਡਣ ਗਈ। ਅਸੀਂ ਬੈਰੋ ਭਰਾਵੋ ਮੇਰੇ ਪੋਤੇ ਸਰੋਤਿਓ, ਮੈਂ ਇਹ ਤੁਹਾਨੂੰ ਕਹਿੰਦੀ ਹੋਈ ਆਪਾਂ ਹੱਕ ਲੈ ਕੇ ਜਾਵਾਂਗੇ। ਆਹ ਕੰਨੀ ਤੇ ਬੋਲੇ ਸੋਹਾ ਆਪਣੇ ਝੰਡੇ ਝੂਟੇ ਜਾਣਗੇ ਵੀਰੋ ਭਰਾਵੋ ਮੇਰੇ ਪੋਤੇ ਸਰੋਤਿਓ। ਇੱਕ ਪਾਸੇ ਜਿੱਥੇ ਲੱਖਾਂ ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹੈ, ਔਰ ਦਿੱਲੀ ਬਾਰਡਰ ਤੇ ਵੀ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਉਹਨਾਂ ਨੂੰ ਜੱਟਾਂ ਨੂੰ ਕੜਾਕੇ ਦੀ ਸਰਦੀ ਪੈ ਰਹੀ ਹੈ, ਬਹੁਤ ਵੱਡੀਆਂ ਮੁਸ਼ਕਲਾਂ ਦੇ ਵਿੱਚ ਵੀ ਉਹ ਨਿਕਲ ਰਿਹਾ ਹੈ। ਇਸ ਦੇ ਬਾਵਜੂਦ ਉਹਨਾਂ ਦੇ ਹੌਸਲੇ ਇਸ ਕਦਰ ਬੁਲੰਦ ਹੈ ਕਿ ਉਹ ਕਹਿੰਦੇ ਕਿ ਅਸੀਂ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਮੁੜਾਂਗੇ। ਇਸ ਸੰਘਰਸ਼ ਬਾਰੇ ਇਸ ਤਰ੍ਹਾਂ ਦਾ ਪ੍ਰਚਾਰ ਵੀ ਕੀਤਾ ਗਿਆ ਕਿ ਬਹੁਤ ਸਾਰੇ ਲੋਕ ਵਾਪਸ ਜਾ ਰਹੇ ਹੈ, ਵਾਪਸ ਚਲੇ ਜਾਣਗੇ ਕਿਉਂਕਿ ਜਿਹੋ ਜਿਹੇ ਹਾਲਾਤ ਹੈ ਉੱਥੇ ਰਹਿ ਨਹੀਂ ਸਕਦੇ। ਪਰ ਜਦੋਂ ਉੱਥੇ ਜਿਹੜੇ ਬੈਠੇ ਲੋਕ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਦੇ ਹੌਸਲੇ ਇਸ ਕਦਰ ਬੁਲੰਦ ਹੈ ਕਿਤੇ ਉਹਨਾਂ ਦੇ ਪਿੱਛੇ ਜਿਹੜਾ ਸੱਭਿਆਚਾਰ ਹੈ, ਜਿਹੜਾ ਉਹਨਾਂ ਦਾ ਧਾਰਮਿਕ ਵਿਰਸਾ ਹੈ, ਉਹ ਉਹਨਾਂ ਦੀ ਸੋਚ ਲਈ ਬਹੁਤ ਵੱਡਾ ਇੱਕ ਸਹਾਰਾ, ਇੱਕ ਆਸਰਾ ਹੈ। ਉਹ ਸੋਚਦੇ ਹੀ ਨਹੀਂ ਕਿ ਅਸੀਂ ਸੰਘਰਸ਼ ਨੂੰ ਵਿਚਕਾਰ ਛੱਡ ਕੇ ਚਲੇ ਜਾਵਾਂਗੇ। ਪ੍ਰਚਾਰ ਵਜੋਂ ਕੁਝ ਤਰ੍ਹਾਂ ਇਹ ਕਹਿ ਸਕਦੀਆਂ ਕਿ ਅੰਦੋਲਨ ਨੂੰ ਲੋਕ ਜਿਹੜਾ ਕਿ ਛੱਡ ਕੇ ਚਲੇ ਜਾਣਗੇ, ਪਰ ਜਦੋਂ ਅੰਦੋਲਨ 'ਚ ਜਾ ਕੇ ਗੱਲ ਕਰਦੇ ਆ ਤਾਂ ਉੱਥੇ ਨਜ਼ਾਰਾ ਹੀ ਵੱਖਰਾ ਹੁੰਦਾ ਹੈ। ਕਿਸ ਤਰੀਕੇ ਨਾਲ ਰਾਤ ਦੇ ਸਮੇਂ ਟਰਾਲੀਆਂ 'ਚ ਬੈਠੇ ਲੋਕ ਆਪਣੇ ਜਿਹੜੀ ਮਨ ਦੀ ਸਥਿਤੀ ਹੈ ਉਹ ਦੱਸਦੇ ਆ ਕਿ ਜੋ ਵੀ ਹੋਏਗਾ ਅਸੀਂ ਵਾਪਸ ਨਹੀਂ ਮੁੜਾਂਗੇ। ਉਹ ਹਨੇਰੇ 'ਚ ਬੈਠੇ ਹੈ। ਜਦੋਂ ਆਪਾਂ ਉਹਨਾਂ ਨਾਲ ਗੱਲ ਕਰਾਂਗੇ, ਇਸ ਵੀਡੀਓ ਜੋ ਵੀ ਤੁਸੀਂ ਦੇਖ ਰਹੇ ਹੋ, ਤਾਂ ਉੱਥੇ ਕੋਈ ਬਹੁਤੀ ਰੋਸ਼ਨੀ ਵੀ ਨਹੀਂ ਹੈ। ਉੱਥੇ ਲੱਗਦਾ ਹੈ ਕਿ ਉਹਨਾਂ ਦੇ ਉੱਥੇ ਠਹਿਰਨ ਦਾ, ਰੁਕਣ ਦਾ ਕੋਈ ਖਾਸ ਪ੍ਰਬੰਧ ਨਹੀਂ। ਆਪਾਂ ਸਾਰਾ ਜਾਣਦੇ ਹਾਂ ਕਿ ਟਰਾਲੀਆਂ ਦੇ ਅੰਦਰ ਇਹੋ ਜਿਹੀ ਸਰਦੀ ਦੇ ਮੌਸਮ ਦੇ ਵਿੱਚ ਚਾਹੇ ਰਜ਼ਾਈ ਹੋਵੇ, ਗਦੈਲਾ ਹੋਵੇ, ਜਾਂ ਪਰਾਲੀ ਸੁੱਟੀ ਹੋਵੇ, ਕਿੱਦਾਂ ਦਾ ਗੁਜ਼ਾਰਾ ਹੋ ਸਕਦਾ ਹੈ। ਇਸ ਦੇ ਬਾਵਜੂਦ ਵੀ ਜਦੋਂ ਉਹਨਾਂ ਨਾਲ ਗੱਲ ਕੀਤੀ ਗਈ ਹੈ ਤਾਂ ਉਹ ਕਹਿੰਦੇ ਕਿ ਸਾਨੂੰ ਕੋਈ ਠੰਡ ਦੀ ਪਰਵਾਹ ਹੀ ਨਹੀਂ, ਸਾਡੀ ਵਿਰਾਸਤ ਹੈ, ਸਾਡਾ ਵਿਰਸਾ ਹੈ। ਜਦ ਤੱਕ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ ਅਸੀਂ ਘਰਾਂ ਨੂੰ ਨਹੀਂ ਪਰਤਾਂਗੇ। ਇਹਨਾਂ ਲੋਕਾਂ ਦਾ ਕਿਹੋ ਜਿਹਾ ਮੂਡ ਹੈ, ਕਿਹੋ ਜਿਹੀ ਆਸਥਾ ਹੈ ਸੰਘਰਸ਼ ਦੇ ਪ੍ਰਤੀ, ਔਰ ਸੁਣਦੇ ਆ ਇਹਨਾਂ ਦੀ ਜ਼ੁਬਾਨੀ। ਸਤਿ ਸ੍ਰੀ ਅਕਾਲ ਜੀ। ਦਿੱਲੀ ਟਿਕਰੀ ਬਾਰਡਰ ਤੇ ਤੁਸੀਂ ਬੈਠੇ ਹੋ, ਲਗਭਗ 1 ਮਹੀਨੇ ਤੋਂ ਉੱਪਰ ਹੋ ਗਿਆ। ਤੁਸੀਂ ਲੋਕੀ 26 ਜਿਹੜੀ ਪਿਛਲੀ ਸੀਗੀ 26/11 ਤੋਂ ਇੱਥੇ ਦੇ ਬੈਠੇ ਹੋ, ਕਿ ਉਸ ਤੋਂ ਬਾਅਦ 2-4-5 ਦਿਨ ਬਾਅਦ 'ਚ ਆ ਗਏ। ਤੇ ਇਹ ਜਿਹੜਾ ਮਹੀਨਾ ਹੈਗਾ ਪੋਹ ਦਾ, ਕੜਾਕੇ ਦੀ ਠੰਡ ਆ, ਸੀਤ ਲਹਿਰ ਚੱਲ ਰਹੀ ਆ, ਸਰਕਾਰ ਇਸ ਤਾਕ ਦੇ ਵਿੱਚ ਬੈਠੀ ਆ ਕਿ ਇਹ ਜਿਹੜੇ ਲੋਕ ਆ ਇਹ ਇੱਥੋਂ ਤੁਰ ਜਾਣਗੇ ਠੰਡ ਨਾ ਕਰਕੇ, ਜਾਂ ਮਤਲਬ ਕਿਸੇ ਰਾਸ਼ਨ ਦੇ ਕਰਕੇ, ਜਾਂ ਕਿਸੇ ਹੋਰ ਕਾਰਨ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਸਰਕਾਰ ਦੇ ਜਿਹੜੇ ਇਹ ਮਨਸੂਬੇ ਆ, ਇਹ ਕਿਸਾਨ ਅੱਜ ਇੱਕ ਉਹਨਾਂ ਦੇ ਗੋਦੀ ਮੀਡੀਆ ਰਾਹੀਂ ਇਹ ਵੀ ਫੈਲਾਇਆ ਗਿਆ ਕਿ ਕਿਸਾਨ ਜੀ ਹੁਣ ਪਿੱਛੇ ਨੂੰ ਮੁੜਨ ਲੱਗ ਗਏ, ਕਿਸਾਨ ਬਹੁਤ ਘੱਟ ਰਹਿ ਗਏ। ਇਹਦੇ ਬਾਰੇ ਤੁਸੀਂ ਦੱਸੋ ਵੀ ਤੁਹਾਨੂੰ ਠੰਡ ਜਿਹੜੀ ਹੈਗੀ ਆ ਉਹ ਡਰਾ ਦੂਗੀ, ਇੱਥੋਂ ਤੋੜ ਦੂਗੀ, ਜਾਂ ਜਿਹੜੀ ਹੁਣ ਸਰਕਾਰ ਝੂਠੀਆਂ ਗੱਲਾਂ ਕਰ ਰਹੀ ਆ ਕਿ ਇੱਥੋਂ ਲੋਕ ਵਾਪਸ ਹੋਣ ਲੱਗ ਗਏ, ਇਹਦੇ ਬਾਰੇ ਥੋੜ੍ਹਾ ਜਿਹਾ ਕਮੈਂਟ ਦੱਸੋ। ਸਾਨੂੰ ਜੀ ਠੰਡ ਤੋਂ ਕੋਈ ਡਰ ਨਹੀਂ ਲੱਗਦਾ, ਨਾ ਸਾਨੂੰ ਸਾਡੇ ਗੁਰੂਆਂ ਦੇ ਬੱਚੇ ਨਹੀਂ ਡਰੇ, ਨਿੱਕੇ ਨਿੱਕੇ ਉਹਨਾਂ ਨੀਆਂ ਜਿਹਨੇ ਉਹ ਠੰਡ 'ਚ ਨਹੀਂ ਡਰੇ, ਤੇ ਅਸੀਂ ਨਹੀਂ ਡਰਨ ਵਾਲੇ। ਸਾਨੂੰ ਮਹੀਨਾ ਹੋ ਗਿਆ ਇਹਨੂੰ, ਜੰਗ ਅਸੀਂ ਜਿੱਤ ਕੇ ਜਾਵਾਂਗੇ। ਨਿੱਤ ਇਕੱਠ ਵੱਧਦਾ, ਸਰਕਾਰ ਨੂੰ ਅਸੀਂ ਜਮਾ ਮੂੰਹ ਦੀ ਖਾਣੀ ਪਊ ਸਾਨੂੰ, ਅਸੀਂ ਜਿੱਤ ਪ੍ਰਾਪਤ ਜ਼ਰੂਰ ਕਰਕੇ ਜਾਵਾਂਗੇ। ਠੰਡ ਠੁੰਡ ਤੁਹਾਨੂੰ ਕੁਛ ਨਹੀਂ ਕਹਿੰਦੀ? ਠੰਡ ਜੀ ਸਾਨੂੰ ਠੰਡ ਤਾਂ ਪੋਹ ਮਾਘ ਦੇ ਮਹੀਨੇ ਸਾਡੇ ਗੁਰੂਆਂ ਦੇ ਬੱਚੇ ਨੀਆਂ 'ਚ ਖੜੇ ਰਹੇ, ਉਹ ਨਹੀਂ ਡਰੇ, ਉਹਨਾਂ ਨੂੰ ਠੰਡ, ਸਾਨੂੰ ਵੀ ਨਹੀਂ ਲੱਗਦੀ ਠੰਡ। ਮਾਤਾ ਗੁਜਰ ਕੌਰ ਸੀ, ਛੋਟੇ ਸਾਹਿਬਜ਼ਾਦੇ ਫਤਿਹ ਸਿੰਘ, ਜੋਰਾਵਰ ਸਿੰਘ, ਉਹ ਮਤਲਬ ਠੰਡੇ ਬੁਰਜ ਦੇ ਵਿੱਚ ਉਹਨੂੰ ਕਈ ਦਿਨ ਰੱਖਿਆ ਗਿਆ, ਉਹ ਨਹੀਂ ਡਰੇ। ਅਸੀਂ ਉਹਨਾਂ ਦੇ ਵਾਰਸਾਂ ਵੀ ਤੁਹਾਨੂੰ ਇਹ ਲੱਗਦਾ ਵੀ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਦਿੱਕਤਾਂ ਉਹ ਸਾਨੂੰ ਡਰਾਉਣ ਵਾਲੀਆਂ, ਸਾਡਾ ਇਤਿਹਾਸ ਆਪਣਾ ਉਹ ਡਰਾਉਣ ਵਾਲੀਆਂ, ਧਮਕਾਉਣ ਵਾਲੀਆਂ, ਇਹਨਾਂ ਤੋਂ ਅਸੀਂ ਪਰਵਾਹ ਨਹੀਂ ਕਰਦੇ। ਸਾਡੇ ਜੀ ਗੁਰੂ ਪਹਿਲਾਂ ਦਿੱਲੀ ਦੇ ਵਿੱਚ ਆਏ,
ਉਹ ਨਹੀਂ ਡਰੇ ਇਹਨਾਂ ਦੇ ਕੋਲੋਂ ਆ ਕੇ, ਇਹਨਾਂ ਦੀ ਹਕੂਮਤ ਤੋਂ ਨਹੀਂ ਡਰੇ, ਬੱਚੇ ਨਹੀਂ ਡਰੇ। ਅਸੀਂ ਡਰਨ ਵਾਲੇ ਨਹੀਂ, ਅਸੀਂ ਉਹਨਾਂ ਦੇ ਬੱਚੇ ਆ, ਅਸੀਂ ਉਹਨਾਂ ਦੇ ਚੇਲੇ ਆ, ਅਸੀਂ ਡਰਨ ਵਾਲੇ ਨਹੀਂ। ਅਸੀਂ ਹੈ ਠੰਡ ਸਾਨੂੰ ਕੁਝ ਨਹੀਂ ਕਰਦੀ, ਨਾ ਸਾਨੂੰ ਗੌਰਮੈਂਟ ਦਾ ਡਰ ਆ। ਹਾਂਜੀ, ਤੁਸੀਂ ਦੱਸਿਓ ਕੀ ਨਾਂ ਤੁਹਾਡਾ? ਜਗਰੂਪ ਸਿੰਘ ਜੀ, ਤੁਸੀਂ ਸਾਨੂੰ ਥੋੜਾ ਜਿਹਾ ਇਹ ਦੱਸਿਓ ਕਿ ਖੁੱਲੇ ਸਮਾਨ ਦੇ ਵਿੱਚ ਬੈਠੇ ਹੋ, ਟਰਾਲੀਆਂ ਦੇ ਵਿੱਚ ਬੈਠੇ ਹੋ, ਸੜਕਾਂ ਦੇ ਉੱਤੇ ਬੈਠੇ ਹੋ ਤੇ ਠੰਡ ਵੀ ਬਹੁਤ ਆ। ਤੁਹਾਡੇ ਜਿਹੜਾ ਸਬਰ ਆ, ਜਿਹੜਾ ਸਿਦਕ ਆ, ਜਿਹੜੇ ਤੁਹਾਡੇ ਇਰਾਦੇ ਆ, ਉਹ ਕਿਵੇਂ ਆ ਵੀ ਤੁਸੀਂ ਸਰਕਾਰ ਨੂੰ ਇੱਥੋਂ ਹਰਾ ਕੇ ਜਾਓਗੇ ਜਾਂ ਮਤਲਬ ਸਰਕਾਰ ਦੀਆਂ ਜੋ ਪਿੱਛੇ ਇੱਕ ਵਾਇਰਲ ਵੀਡੀਓ ਹੋਈ ਸੀ ਵੀ ਉਹ ਤੋਪਾਂ ਲਾਤੀਆਂ, ਫੌਜੀ ਆ ਜਾਣਗੇ, ਹੋਰ ਕੁਛ ਆ ਜਾਊਗਾ, ਠੰਡ ਤੋਂ ਡਰ ਜਾਣਗੇ, ਇਹਦੇ 'ਚ ਦੱਸੋ ਵੀ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦਾ ਕਿਸੇ ਦਾ ਕੋਈ ਡਰ ਭੈ ਹੈਗਾ? ਜਮਾ ਡਰ ਨਹੀਂ ਕੋਈ, ਡਟ ਕੇ ਰਹਾਂਗੇ। ਸਾਡੇ ਵਿਚਾਰੇ ਸਾਹਿਬਜ਼ਾਦੇ ਸਾਡੇ ਬੁਰਜ ਲਾਏ ਆ ਤੇ ਸਭ ਕੁਝ ਕਰਿਆ, ਤਾਂ ਜਿੱਤ ਕੇ ਪ੍ਰਾਪਤ ਕਰਕੇ ਤੋਂ ਫੇਰ ਹਲਾਂਗੇ। 26 ਦੇ ਆਏ ਵੇ ਇੱਥੇ, ਨਾ ਅੱਜ ਨਾ ਕੱਲ੍ਹ ਨਾ ਸਾਨੂੰ ਠੰਡ ਲੱਗੀ। ਇਹ ਤਾਂ ਪੂਰੇ ਕਾਮਯਾਬ ਇੱਥੇ ਵਧੀਆ ਬੈਠੇ ਆ, ਆਪਦੇ ਘਰ ਹੀ ਆ। ਜਿੱਤ ਕੇ ਜਾਵਾਂਗੇ, ਜੰਗ ਜਾਰੀ ਰੱਖਿਓ। ਜੰਗ ਜਾਰੀ ਨਾ ਕੱਲ੍ਹ ਜਾਈਏ। ਤੁਹਾਨੂੰ ਇਹੋ ਜਿਹੀਆਂ ਨਿੱਕੀਆਂ ਮੋਟੀਆਂ ਗੱਲਾਂ ਜਿਹੜੀਆਂ ਦੋ ਬਜ਼ੁਰਗ ਬੈਠੇ ਉਹ ਨਹੀਂ ਡਰਾ ਸਕਦੇ। ਅਸੀਂ ਸਾਡੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਮੀਡੀਆ ਰਾਹੀਂ ਵੀ ਜਰੂਰ ਲਾਜ਼ਮੀ ਦਰਸ਼ਨ ਪਾਸੇ ਜਾਓ, ਜਰੂਰ ਆਓ, ਇੱਕ ਦੋ ਦੋ ਰਾਤਾਂ ਲਾਓ, ਜਰੂਰ। ਨਹੀਂ ਵੀ ਕਿਹੜਾ ਰਹਿ ਸਕਦਾ ਜਰੂਰ ਆ ਕੇ ਵੇਖ ਕੇ ਜਾਓ ਮੇਰਾ ਭਾਈ, ਜਰੂਰ ਆਓ। ਬੁੜੀਆਂ ਨੂੰ, ਬੀਬੀਆਂ ਨੂੰ ਲੈ ਕੇ ਆਓ, ਸਾਰੇ ਆਓ ਇੱਥੇ ਆ ਕੇ ਜਰੂਰ ਵੇਖ ਕੇ ਜਾਓ, ਇੱਕ ਦਿਨ ਦਰਸ਼ਨ ਜਰੂਰ ਪਾ ਕੇ ਜਾਓ। ਜਿਹੜਾ ਰਹਿ ਸਕਦਾ ਉਹ ਰਹੋ। ਪੂਰਾ ਸਾਰੇ ਭਰਾਵਾਂ ਦਾ ਬਹੁਤ ਯੋਗਦਾਨ ਆ, ਹਰਿਆਣੇ ਵਾਲਿਆਂ ਦਾ। ਮਸਾਂ ਆਪਣਾ ਥਬਾਕ ਹੋਇਆ, ਵੱਡਾ ਭਾਈ ਮੰਨਦੇ ਆਪਾਂ ਨੂੰ, ਆਪਣੇ ਛੋਟੇ ਭਾਈ ਆ। ਦੁੱਧ, ਲੱਸੀ, ਦਹੀਂ, ਸਾਨੂੰ ਕਿਸੇ ਚੀਜ਼ ਦੀ ਵੀ ਤੋੜ ਨਹੀਂ ਇੱਥੇ, ਪਰ ਜਰੂਰ ਗੇੜਾ ਮਾਰੋ, ਜਿੱਤ ਪ੍ਰਾਪਤ ਕਰਕੇ ਜਾਵਾਂਗੇ। ਵੱਖ-ਵੱਖ ਕਿਸਾਨ ਜਥੇਬੰਦੀਆਂ ਜਦੋਂ ਕੇਂਦਰ ਦੇ ਸੱਦੇ ਤੇ ਗੱਲਬਾਤ ਲਈ ਜਾਂਦੀਆਂ ਤਾਂ ਗੱਲਬਾਤ ਲਈ ਉਹ ਜ਼ਰੂਰ ਜਾਂਦੀਆਂ, ਔਰ ਉਸ ਮੌਕੇ ਤੇ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਬੜੀ ਦ੍ਰਿੜਤਾ ਦੇ ਨਾਲ ਇਹ ਕਿਹਾ ਜਾਂਦਾ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹੈ, ਇਸ ਤੋਂ ਘੱਟ ਸਾਨੂੰ ਕੁਝ ਵੀ ਪਰਵਾਹ ਨਹੀਂ। ਬੇਸ਼ੱਕ ਜਿਹੜੇ ਖੇਤੀਬਾੜੀ ਮੰਤਰੀ ਤੋਮਰ ਹੈਗੇ ਆ, ਉਹਨਾਂ ਨੇ ਬਹੁਤ ਇਸ ਗੱਲ ਦਾ ਪ੍ਰਚਾਰ ਕੀਤਾ, ਮੀਡੀਆ 'ਚ ਕਿਹਾ ਕਿ ਜਿਹੜੀ ਹੁਣ ਗੱਲਬਾਤ ਹੋਈ ਹੈ ਇਹਦੇ 'ਚ ਕਿਸਾਨਾਂ ਦੀਆਂ ਦੋ ਅਹਿਮ ਮੰਗਾਂ ਮੰਨ ਲਈਆਂ ਗਈਆਂ, ਜਿਨ੍ਹਾਂ 'ਚ ਮੰਗ ਹੈ ਪਰਾਲੀ ਦੀ, ਕਿ ਜਿਸ ਤਰੀਕੇ ਦੇ ਨਾਲ ਪਰਾਲੀ ਬਾਰੇ ਫੈਸਲਾ ਲਿਆ ਗਿਆ ਸੀ ਕਿਉਂਕਿ ਕਿਸਾਨ ਪਰਾਲੀ ਨੂੰ ਸਾੜੇਗਾ ਤਾਂ ਉਸ ਨੂੰ 1 ਕਰੋੜ ਰੁਪਇਆ ਤੇ 5 ਸਾਲ ਦੀ ਸਜ਼ਾ ਹੋ ਸਕਦੀ ਹੈ ਜੁਰਮਾਨੇ ਦੇ ਤੌਰ ਤੇ। ਇਸੇ ਤਰੀਕੇ ਨਾਲ ਜਿਹੜਾ ਗਾ ਇੱਕ ਨਵਾਂ ਬਿਜਲੀ ਸੋਧ ਬਿੱਲ ਲਿਆਂਦਾ ਗਿਆ ਸੀ, ਜਿਹਦੇ ਬਾਰੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਸੀ ਕਿ ਇਹ ਬਿੱਲ ਆਏਗਾ ਤਾਂ ਇਹਦੇ ਨਾਲ ਜਿਹੜਾ ਗਾ ਖੇਤੀਬਾੜੀ ਖੇਤਰ ਲਈ ਜਿਹੜੀ ਬਿਜਲੀ ਸਬਸਿਡੀ ਹੈ ਉਹ ਖਤਮ ਹੋ ਜਾਏਗੀ, ਗਰੀਬਾਂ ਲਈ ਸਬਸਿਡੀਆਂ ਖਤਮ ਹੋ ਜਾਣਗੀਆਂ। ਜਿਹੜੀ ਹੁਣ ਮੀਟਿੰਗ ਹੋ ਕੇ ਹਟੀ ਹੈ, ਇਹਨਾਂ ਮੀਟਿੰਗਾਂ ਦੇ ਵਿੱਚ ਜਿਹੜੀ ਸਭ ਤੋਂ ਨਵੀਂ ਮੀਟਿੰਗ ਆਈ ਉਹਦੇ 'ਚ ਇਹ ਗੱਲ ਜਿਹੜੀ ਤੋਮਰ ਵੱਲੋਂ ਕਹੀ ਗਈ ਕਿ ਚਾਹੇ ਬਿਜਲੀ ਦੀ ਗੱਲ ਕਰੀਏ, ਚਾਹੇ ਪਰਾਲੀ ਸਾੜਨ ਦੀ ਗੱਲ ਕਰੀਏ, ਇਹ ਦੋਨੇ ਮੁੱਦਿਆਂ ਦੇ ਉੱਤੇ ਸਰਕਾਰ ਅੜੇਗੀ ਨਹੀਂ, ਅਸੀਂ ਇਸ ਨੂੰ ਲਾਗੂ ਨਹੀਂ ਕਰਾਂਗੇ। ਜੇ ਗੱਲ ਦੇ ਉੱਤੇ ਸਹਿਮਤੀ ਬਣੀ ਹੈ ਤਾਂ ਸਹਿਮਤੀ ਦਾ ਵੱਡਾ ਕਾਰਨ ਇਹੀ ਹੈ ਕਿ ਕਿਸਾਨ ਆਪਣੇ ਇੱਕ ਬਹੁਤ ਹੌਸਲੇ ਦੇ ਨਾਲ, ਬੜੀ ਬੁਲੰਦ ਆਵਾਜ਼ ਦੇ ਨਾਲ ਮੀਟਿੰਗ ਦੇ ਵਿੱਚ ਜਾਂਦੇ ਆ। ਪਰ ਅਜੇ ਵੀ ਜਿੱਦਾਂ ਮੈਂ ਕਿਹਾ ਉਹਨਾਂ ਦੋ ਮੁੱਦਿਆਂ ਤੇ, ਚਾਹੇ ਆਪਾਂ ਗੱਲ ਕਰਦੇ ਹਾਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ, ਚਾਹੇ ਆਪਾਂ ਗੱਲ ਕਰਦੇ ਹਾਂ MSP ਘੱਟੋ ਘੱਟ ਸਹਾਇਕ ਕੀਮਤ, ਇਹਨਾਂ ਮੁੱਦਿਆਂ ਦੇ ਉੱਤੇ ਸਹਿਮਤੀ ਨਹੀਂ ਬਣੀ। ਜੇ ਸਹਿਮਤੀ ਨਹੀਂ ਬਣੀ ਤਾਂ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਸਾਨੂੰ ਇਹਨਾਂ ਮੁੱਦਿਆਂ ਤੋਂ ਬਗੈਰ ਹੋਰ ਕੁਝ ਪਰਵਾਹ ਨਹੀਂ। ਕਿਉਂ ਕਿਸਾਨ ਇੰਨੀ ਬੁਲੰਦ ਆਵਾਜ਼ ਦੇ ਨਾਲ ਆਪਣੀ ਗੱਲ ਕਰਦੇ ਆ? ਉਹਦਾ ਪਿਛੋਕੜ ਇਹੀ ਹੈ ਕਿ ਉਹਨਾਂ ਦੇ ਪਿੱਛੇ ਜਿਹੜੀ ਫੋਰਸ ਹੈ, ਭਾਈਚਾਰਾ ਹੈ, ਉਹ ਬਹੁਤ ਵੱਡੀ ਤਾਕਤ ਹੈ। ਉਹ ਭਾਈਚਾਰਾ ਜਿੱਥੇ ਪਿੰਡਾਂ ਦੇ ਵਿੱਚ ਨਜ਼ਰ ਆ ਰਿਹਾ ਇਸ ਵੇਲੇ, ਉੱਥੇ ਜਿਸ ਤਰੀਕੇ ਨਾਲ ਮਦਦ ਕੀਤੀ ਜਾ ਰਹੀ ਹੈ, ਜਿਸ ਤਰੀਕੇ ਨਾਲ ਲੰਗਰ ਲਈ ਸੇਵਾ ਹੋ ਰਹੀ ਹੈ, ਪਿੰਨੀਆਂ ਆ ਰਹੀਆਂ, ਰਾਸ਼ਨ ਆ ਰਿਹਾ, ਦੂਜਾ ਸਮਾਨ ਆ ਰਿਹਾ, ਉਹ ਇਸ ਗੱਲ ਦਾ ਪ੍ਰਗਟਾਵਾ ਕਰਦਾ ਹੈ ਕਿ ਕਿੰਜ ਜਿਹੜਾ ਇੱਕ ਬਹੁਤ ਵੱਡੀ ਫੋਰਸ ਇਸ ਅੰਦੋਲਨ ਦੇ ਪਿੱਛੇ ਖੜੀ ਹੈ। ਪਿੰਡਾਂ ਦੇ ਵਿੱਚ ਸਾਡੀ ਜਾਣਕਾਰੀ ਦੇ ਮੁਤਾਬਕ ਇਸ ਵੇਲੇ ਲਿਸਟਾਂ ਤਿਆਰ ਹੋ ਰਹੀਆਂ, ਹਰ ਪਿੰਡ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਵੀ ਕਿਸ ਘਰ ਦੇ ਵਿੱਚੋਂ ਕੌਣ ਜਿਹੜਾ ਇਸ ਵੇਲੇ ਦਿੱਲੀ ਦੇ ਮੋਰਚੇ ਤੇ ਗਿਆ ਤੇ ਕੌਣ ਨਹੀਂ ਗਿਆ। ਜੇ ਕੋਈ ਨਹੀਂ ਗਿਆ ਜਾਂ ਕੋਈ ਕਮਜ਼ੋਰੀ ਦਿਖਾ ਰਿਹਾ ਤਾਂ ਉਸ ਨੂੰ ਫਿੱਟ ਲਾਉਣ ਤੋਂ ਪਾਈ ਜਾਂਦੀ ਹੈ ਕਿ ਤੁਸੀਂ ਵੀ ਮੋਰਚੇ ਦੇ ਉੱਤੇ ਜਾਓ। ਇਸੇ ਤਰੀਕੇ ਨਾਲ ਇਸ ਭਾਈਚਾਰਕ ਸਾਂਝ ਦਾ ਦੂਜਾ ਹਿੱਸਾ ਲੰਗਰ ਦੀ ਸੇਵਾ। ਜਿੱਦਾਂ ਵੱਡੀ ਪੱਧਰ ਦੇ ਉੱਤੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ। ਹੁਣ ਜਦੋਂ ਆਪਾਂ ਨਵੇਂ ਸਾਲ ਦੇ ਮੌਕੇ ਤੇ ਗੱਲ ਕਰਦੇ ਹਾਂ, ਉਸ ਮੌਕੇ ਤੇ ਵੀ ਜਿੱਦਾਂ ਉਹਨਾਂ ਨੇ ਦਿੱਲੀ ਦੇ ਆਲੇ ਦੁਆਲੇ ਦੇ ਭਾਈਚਾਰੇ ਨੂੰ ਸੱਦਾ ਦਿੱਤਾ, ਹਰਿਆਣੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਸਾਡੇ ਨਾਲ ਅੱਜ ਆ ਕੇ ਜਿਹੜਾ ਹੈਗਾ
ਲੰਗਰ ਦੇ ਵਿੱਚ ਤੁਸੀਂ ਲੰਗਰ ਛਕੋ। ਇਹ ਭਾਈਚਾਰਕ ਸਾਂਝ ਹੈ। ਜਿਹੜਾ ਅਸਲ ਹਿੰਦੁਸਤਾਨ ਹੈ ਉਹ ਜੇ ਕਿਸੇ ਨੇ ਦਰਸ਼ਨ ਕਰਨੇ ਹੋਣ ਤਾਂ ਦਿੱਲੀ ਦੇ ਬਾਰਡਰ ਦੇ ਉੱਤੇ ਜਾ ਕੇ, ਕੁਝ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਤੀਰਥ ਸਥਾਨ ਹੈ। ਮੈਂ ਕਹਿੰਦਾ ਤੀਰਥ ਸਥਾਨ ਉਹਨਾਂ ਦੀ ਇੱਕ ਆਪਣੀ ਸੋਚ ਆ, ਹੋ ਸਕਦਾ ਹੈ, ਪਰ ਘੱਟੋ ਘੱਟ ਪੂਰੇ ਹਿੰਦੁਸਤਾਨ ਦੀ ਇੱਕ ਝਲਕ ਹੈ ਜਿੱਥੇ ਕੇਰਲਾ ਵਾਲੇ ਬੈਠੇ ਆ, ਮਹਾਰਾਸ਼ਟਰ ਵਾਲੇ ਬੈਠੇ ਆ, ਹਰਿਆਣਾ ਤੇ ਪੰਜਾਬ ਵਾਲੇ ਕਿੱਦਾਂ ਜਫੀਆਂ ਪਾ ਰਹੇ ਆ ਤੇ ਕਿੱਦਾਂ ਜਿਹੜਾ ਰਲ ਕੇ ਛਕ ਰਹੇ ਆ ਲੰਗਰ। ਇਸ ਸਾਂਝ ਨੂੰ ਤੋੜਿਆ ਨਹੀਂ ਜਾ ਸਕਦਾ। ਇਸ ਸਾਂਝ ਦੇ ਪਿਛੋਕੜ ਪਿੱਛੇ ਇੱਕੋ ਹੀ ਆਵਾਜ਼ ਆ ਰਹੀ ਹੈ कि ਅਸੀਂ अपने अंदोलन च जित के ही घरां नूं वापस मुड़ांगे। रेल मंत्री माननीय पीयूष गोयल जी, हमारे राज्य मंत्री माननीय सोम प्रकाश जी और विभागों के सचिवगण किसान यूनियन के नेताओं के साथ वार्तालाप के लिए इस बैठक में सम्मिलित हुए। आज की बैठक पूर्व की तरह बहुत अच्छे वातावरण में, सौहार्दपूर्ण वातावरण में संपन्न हुई और आज की बैठक में किसान यूनियन के नेताओं ने जो 4 विषय चर्चा के लिए रखे थे, उनमें 2 विषयों पर आपसी रजामंदी सरकार और यूनियन के बीच में हो गई है। पहला जो एनवायरनमेंट से संबंधित ऑर्डिनेंस है, उसमें फराली और किसान सम्मिलित हैं। उनकी शंका थी कि किसान को इसमें नहीं होना चाहिए। सरकार ने कहा है कि हम आपकी चिंता से वाकिफ़ हैं और इस मामले में दोनों पक्षों में रजामंदी हो गई है। दूसरा, इलेक्ट्रिसिटी एक्ट जो अभी आया नहीं है, लेकिन उन सबको लगता है कि अगर इलेक्ट्रिसिटी में ये रिफॉर्म आएगा तो इससे किसानों को नुकसान होगा। किसानों की सिंचाई के लिए जो विद्युत की सब्सिडी दी जाती है, वो राज्य जिस प्रकार से पहले से देते रहे हैं वैसी ही चलनी चाहिए, ऐसी यूनियंस की मांग थी। उस मांग पर भी यूनियन और सरकार के बीच में रजामंदी हो गई। एजेंडे में 4 पॉइंट थे, 4 में से 2 यानी 50% रजामंदी आज की बैठक में हो गई है और ये बहुत ही सुखद वातावरण में संपन्न हुई और इससे दोनों पक्ष में एक अच्छे प्रकार के माहौल का निर्माण हुआ। 3 कानून, जिनमें 2 नए कानून हैं, 1 संशोधन है, इनको रिपील करने की बात यूनियंस करती रही हैं और हम लोगों ने अपने तर्कों से उनको यह बताने की कोशिश की कि किसान की कठिनाई कहाँ है और जहाँ कठिनाई है वहाँ खुले मन से सरकार विचार करने को तैयार है। इसी प्रकार से एमएसपी के विषय में भी सरकार पहले ही यह कहती रही है कि एमएसपी जारी है, जारी रहेगी। पिछले बार जब हमने प्रस्ताव दिए थे उस समय भी हमने ये कहा था कि एमएसपी जारी रहेगी, ये लिखित में सरकार देने को तैयार है। हम उस पर अभी भी दृढ़ हैं, लेकिन उन्हें ऐसा लगता है कि एमएसपी को कानूनी दर्जा मिलना चाहिए। तो कानून के विषय में और एमएसपी के विषय में चर्चा अभी पूर्ण नहीं हुई है, चर्चा जारी है और हम लोग 4 तारीख को 2 बजे फिर से इकट्ठा होंगे और इन विषयों पर चर्चा को आगे बढ़ाएंगे। मुझे इस बात की प्रसन्नता है कि किसान यूनियन के नेताओं ने आंदोलन में पर्याप्त अनुशासन बनाए रखने का
एक सफलतम प्रयत्न किया है। संघर्ष कर रही हैं किसान जथेबंदियां ਲਈ ਜਿੱਥੇ किसान एक बहुत वड्डी ताकत है। जो इस वेले स्थिति बनी है ਉਹਦੇ ਮੁਤਾਬਕ ਜਿਹੜੀ ਵੱਖ-ਵੱਖ ਵਰਗਾਂ ਵੱਲੋਂ ਬਹੁਤ ਵੱਡੀ ਹਮਾਇਤ ਮਿਲ ਰਹੀ ਹੈ। ਜਦੋਂ ਆਪਾਂ ਦਿੱਲੀ ਬਾਰਡਰ ਤੇ ਜਿਹੜੇ ਚੱਲ ਰਿਹਾ ਮੋਰਚਾ ਉਹਦੇ ਤੇ ਨਜ਼ਰ ਮਾਰਦੇ ਆਂ, ਉੱਥੇ ਵਕੀਲ ਆ ਰਹੇ ਹੈ, ਉੱਥੇ ਅਧਿਆਪਕ ਆ ਰਹੇ ਹੈ, ਉੱਥੇ ਮੁਲਾਜ਼ਮ ਆ ਰਹੇ ਹੈ, ਉੱਥੇ ਖਿਡਾਰੀ ਆ ਰਹੇ ਹੈ, ਉੱਥੇ ਸਾਬਕਾ ਫੌਜੀ ਆ ਰਹੇ ਹੈ, ਉੱਥੇ ਸਾਬਕਾ IAS ਅਫਸਰ ਆ ਰਹੇ ਹੈ। ਵੱਖ-ਵੱਖ ਵਰਗਾਂ ਦੀ ਬਹੁਤ ਵੱਡੀ ਹਮਾਇਤ। ਜੇ ਆਪਾਂ ਮਾਨਵਤਾ ਦੀ ਗੱਲ ਕਰੀਏ ਤਾਂ ਕਈ ਵਾਰ ਮਨ ਕਿਸ ਕਦਰ ਪਸੀਜ ਜਾਂਦਾ ਹੈ। ਉੱਥੇ ਨੇਤਰਹੀਣਾਂ ਨੇ ਵੀ ਜਾ ਕੇ ਆਪਣੀ ਹਾਜ਼ਰੀ ਲਵਾਈ ਹੈ ਕਿ ਅਸੀਂ ਵੀ ਇਸ ਅੰਦੋਲਨ ਨੂੰ ਹਮਾਇਤ ਕਰਦੇ ਹਾਂ। ਇਹੀ ਵਜ੍ਹਾ ਹੈਗੀ ਹੈ ਕਿ ਇਸ ਅੰਦੋਲਨ ਲਈ ਬੇਸ਼ੱਕ ਬਹੁਤ ਤੱਤੀਆਂ ਹਵਾਵਾਂ ਵੀ ਚੱਲੀਆਂ, ਪਰ ਲੱਗਦਾ ਹੈ ਕਿ ਇਹ ਜਿਹੜੀਆਂ ਅਸੀਸਾਂ ਹੈਗੀਆਂ, ਜਿਹੜੀ ਹਮਾਇਤ ਹੈਗੀ ਹੈ ਇਸ ਅੰਦੋਲਨ ਨੂੰ, ਇਸ ਦੇ ਬਾਵਜੂਦ ਵੀ ਤੱਤੀ ਹਵਾ ਨਹੀਂ ਲੱਗ ਰਹੀ ਤੇ ਅੰਦੋਲਨ ਆਪਣੇ ਮਕਾਮ ਵੱਲ, ਆਪਣੀ ਸਿਖਰ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ। से आए हो? जी मैं संजीव कुमार सांगवान, गांव चंदेनी, चरखी दादरी से आया हूँ। ये हाल उठाया है आपने मुझे पर, इसका क्या करना है? ये जी पैदल यात्रा, हल यात्रा है ये जी। ये हमारी सरकार से विनती है कि अन्नदाता को आपके द्वार पे आए हुए 34 दिन हो गए और सरकार अन्नदाता की समस्या का हल करके उनको सैकड़ों अपने घर वापस भेजे। वोट ली थी, वादा किया था कि मैं किसानों के आए कितने दिन हो गए आपको आया को? आज चौथा दिन है मेरे को चलते हुए। सभी के पास से हरा को एक ही लेके आए। एक ही हाल है जी। ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਤੇ ਘੱਟੋ ਘੱਟ ਸਹਾਇਕ ਕੀਮਤ ਜਿਹੜੀ ਫਸਲਾਂ ਦੀ ਉਹਦੇ ਤੇ ਕਾਨੂੰਨੀ ਮੋਹਰ ਲਾਉਣ ਲਈ ਜਦੋਂ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ, ਉਸ ਦੇ ਬਹੁਤ ਸਾਰੇ ਕਾਰਨ ਹੈ, ਉਸ ਦੀ ਹਮਾਇਤ ਦੇ, ਉਹਨਾਂ ਦੇ ਭਰੋਸੇ ਦੇ। ਪਰ ਇੱਕ ਹੋਰ ਬਹੁਤ ਵੱਡੀ ਗੱਲ ਜਿਹੜੀ ਇਸ ਅੰਦੋਲਨ 'ਚ ਉੱਭਰ ਕੇ ਸਾਹਮਣੇ ਆ ਰਹੀ ਹੈ, ਉਹ ਚਾਹੇ ਕੇਰਲਾ ਵਾਲੇ ਹੋਣ, ਚਾਹੇ ਮਹਾਰਾਸ਼ਟਰ ਵਾਲੇ ਹੋਣ, ਚਾਹੇ ਬੰਗਾਲ ਵਾਲੇ ਹੋਣ, ਕਿਸ ਤਰੀਕੇ ਨਾਲ ਆਪਣੇ ਉੱਥੇ ਸੱਭਿਆਚਾਰਕ ਪ੍ਰੋਗਰਾਮ ਆ ਕੇ ਪੇਸ਼ ਕਰਦੇ ਆ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੀਆਂ ਵਾਰਾਂ ਉੱਥੇ ਸੁਣਨ ਨੂੰ ਮਿਲਦੀਆਂ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਉੱਥੇ ਹੁੰਦੀ ਹੈ, ਜਿਹੜੀ ਸ਼ਹਾਦਤ ਉਹਨਾਂ ਨੂੰ ਕਦੇ ਡੋਲਣ ਨਹੀਂ ਦਿੰਦੀ। ਆਓ ਆਪਾਂ ਕੁਝ ਗੀਤਾਂ ਦੇ ਬੋਲ ਸੁਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸੱਭਿਆਚਾਰਕ ਤੌਰ ਤੇ ਵੀ ਇੱਕ ਬਹੁਤ ਵੱਡੀ ਬੁਲੰਦ ਆਵਾਜ਼ ਦਿੱਲੀ ਦੇ ਬਾਰਡਰ ਤੋਂ ਉੱਠ ਰਹੀ ਹੈ ਕਿ ਦਿੱਲੀਏ, ਅਸੀਂ ਜਿੱਤ ਕੇ ਘਰਾਂ ਨੂੰ ਵਾਪਸ ਜਾਵਾਂਗੇ, ਇਦਾਂ ਵਾਪਸ ਨਹੀਂ ਜਾ ਸਕਦੇ। ਸਾਡਾ ਬਹੁਤ ਤਕੜਾ ਪਿਛੋਕੜ ਸਾਡੇ ਨਾਲ ਹੈ। उठ के जो बैठता क्यों धरने पे आए ने, उठ के जो बैठता क्यों धरने पे आए ने, साडे लई खड़े भावें जी मरने पे आए ने। हो गया बुर्ज ठंडे ए दिल्ली दिया सड़का, उत्तों वेख मौसमां दे हाल। नौजवानी नी रखी बेबे बापू दा ख्याल, नौजवानी नी रखी बेबे बापू दा ख्याल। चुल्हे उत्ते बैठी बेबे ओए अखां च उम्मीद है, हाँ चुल्हे उत्ते बैठी बेबे ओए अखां च उम्मीद है। एदे दाल फुलके दा ओए रब भी मुरीद है। वरी राए सारे जग नूं अन्न छकाउण वाला, वरी राए कातों सारे जग नूं छकाउण वाला, अज करी बैठा भुख हड़ताल। नौजवानी नी रखी बेबे बापू दा ख्याल। ਦਿੱਲੀ ਦੇ ਬਾਰਡਰ ਤੇ ਲੜੇ ਜਾ ਰਹੇ ਕਿਸਾਨੀ ਸੰਘਰਸ਼ ਦਾ ਜਦੋਂ ਆਪਾਂ ਜ਼ਿਕਰ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਤਾਂ ਐਨ ਉਸ ਮੌਕੇ ਤੇ ਇੱਕ ਬਹੁਤ ਵੱਡੇ ਮੁੱਦੇ ਤੇ ਅਜੇ ਵੀ ਇੱਕ ਬਹੁਤ ਵੱਡੇ ਸਵਾਲ ਬਣੇ ਹੋਏ ਹੈ। ਉਹ ਸਵਾਲ ਇਹ ਹੈ ਕਿ ਕੀ ਤਿੰਨੇ ਖੇਤੀ ਕਾਨੂੰਨ ਘੱਟੋ ਘੱਟ ਸਹਾਇਕ ਕੀਮਤ, ਇਸ ਮੁੱਦੇ ਤੇ ਕੇਂਦਰ ਸਰਕਾਰ ਸਹਿਮਤ ਹੋਏਗੀ? ਜੇ ਆਪਾਂ ਕੇਂਦਰ ਸਰਕਾਰ ਤੇ ਭਾਜਪਾ ਦੀਆਂ ਜਿਹੜੀਆਂ ਜਥੇਬੰਦੀਆਂ ਹੈ, ਭਾਜਪਾ ਦੇ ਨੇਤਾ ਹੈ, ਉਹਨਾਂ ਦੇ ਬਿਆਨ ਸੁਣੀਏ ਤਾਂ ਉਹਦੇ ਤੋਂ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ
ਕਿ ਇਹਨਾਂ ਮੁੱਦਿਆਂ ਤੇ ਅਜੇ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆਉਂਦੀ, ਪਰ ਕਿਸਾਨ ਜਥੇਬੰਦੀਆਂ ਇਸ ਮਾਮਲੇ ਤੇ ਦ੍ਰਿੜ ਹੈ। ਇਹ ਫੈਸਲਾ ਕਰਵਾਏ ਬਗੈਰ ਉਹ ਵਾਪਸ ਨਹੀਂ ਜਾਣਗੇ। ਉਹਨਾਂ ਦਾ ਇਹ ਵੀ ਸੁਨੇਹਾ ਹੈ ਕਿ ਕੋਈ ਗੱਲ ਨਹੀਂ, ਅਗਲੇ ਦਿਨਾਂ 'ਚ 26 ਜਨਵਰੀ ਵੀ ਅਸੀਂ ਦਿੱਲੀ ਦੇ ਵਿੱਚ ਹੀ ਮਨਾਵਾਂਗੇ। ਇਹਨਾਂ ਸਾਰੇ ਮੁੱਦਿਆਂ ਦਾ ਫੈਸਲਾ ਆਉਣ ਵਾਲੇ ਦਿਨਾਂ 'ਚ ਕਿਸਾਨੀ ਸੰਘਰਸ਼ ਦੇ ਸੁਨੇਹੇ ਰਾਹੀਂ ਸਾਡੇ ਸਾਹਮਣੇ ਆਏਗਾ। ਇਹਨਾਂ ਮਾਮਲਿਆਂ ਤੇ ਸਾਡੇ ਨਾਲ ਜਿਹੜੀ ਅਸੀਂ ਗੱਲਬਾਤ ਕੀਤੀ ਹੈ ਕਿਸਾਨੀ ਮੋਰਚੇ ਤੇ, ਉਹਦੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨਾਂ ਦੇ ਜਿਹੜੇ ਨੁਮਾਇੰਦੇ ਹੈ, ਬਲਦੇਵ ਸਿੰਘ ਭਾਈ ਰੂਪਾ, ਉਹਨਾਂ ਨੇ ਇਸ ਕਿਸਾਨੀ ਮੋਰਚੇ ਦੇ ਰੰਗ ਭਰਨ ਦੇ ਲਈ ਸਾਡੀ ਮਦਦ ਕੀਤੀ ਹੈ। ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਹੋਰ ਵੀ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਆ, ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਦਿੱਲੀ ਦੇ ਕਿਸਾਨੀ ਸੰਘਰਸ਼, ਇਸ ਸੰਘਰਸ਼ ਦੇ ਵੱਖ-ਵੱਖ ਰੂਪਾਂ ਬਾਰੇ ਅਸੀਂ ਅਗਲੇ ਦਿਨਾਂ 'ਚ ਵੀ ਤੁਹਾਡੇ ਅੱਗੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਇਸ ਪ੍ਰੋਗਰਾਮ ਵਾਸਤੇ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।